हाँ जी, सत श्री अकाल साਰਿਆਂ ਨੂੰ। ਉਮੀਦ ਹੈ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ, ਜਾਣਕਾਰੀ ਦੇ ਵਿੱਚ ਵਾਧਾ ਕਰ ਰਹੀਆਂ ਹੋਣਗੀਆਂ। ਇਸ ਵੀਡੀਓ ਦੇ ਵਿੱਚ ਆਪਾਂ ਮੱਧਕਾਲ ਦੀ ਹਿਸਟਰੀ ਜਿਹੜੀ ਬਣਦੀ ਹੈ ਜੀ, ਉਹ ਆਪਾਂ ਡਿਸਕਸ ਕਰਾਂਗੇ। ਦਿੱਲੀ ਸਲਤਨਤ ਦਾ ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਨੇ ਉਹੀ ਡਿਸਕਸ ਕਰਾਂਗੇ। ਜੋ ਵੀ ਬੱਚੇ ਪੀਐਸ ਟੈਟ ਦੀ ਮਾਸਟਰ ਕਾਰਡ ਦੀ ਤਿਆਰੀ ਕਰ ਰਹੇ ਨੇ ਜੀ, ਉਹਨਾਂ ਦੇ ਲਈ ਵੀਡੀਓਜ਼ ਬਹੁਤ ਇੰਪੋਰਟੈਂਟ ਨੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ, ਨਿਸ਼ਚਿਤ ਹੀ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਏਗਾ। ਇਹਦੇ ਵਿੱਚ ਆਪਾਂ ਚੋਣਵੇਂ ਹੀ ਕੁਐਸਚਨ ਲੈਣੇ, ਇੰਪੋਰਟੈਂਟ ਕੁਐਸਚਨ ਹੀ ਲੈਣੇ ਜਿਹੜੇ ਪੁੱਛੇ ਜਾ ਸਕਦੇ ਨੇ ਜਾਂ ਪੁੱਛੇ ਗਏ ਨੇ ਪਿੱਛੇ। ਇਹਦੇ ਵਿੱਚ ਆਪਣਾ ਪਹਿਲਾ ਕੁਐਸਚਨ ਇਹੀ ਬਣਦਾ ਕਿ ਦਿੱਲੀ ਸਲਤਨਤ ਕਾਲ ਦੱਸੋ। ਤਾਂ 1206 ਈਸਵੀ ਤੋਂ 1226 ਈਸਵੀ ਤੱਕ ਜਿਹੜਾ ਜੀ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ, ਦਿੱਲੀ ਸੁਲਤਾਨ ਦਾ ਕਾਲ ਕਿਹਾ ਜਾਂਦਾ ਹੈ। ਇਹ ਕੁਤੁਬਦੀਨ ਐਬਕ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਮੁਗਲ ਵੰਸ਼ ਜਦੋਂ ਬਾਬਰ ਹਮਲਾ ਕਰਦਾ ਹੈ ਉਸ ਤੱਕ ਚੱਲਦਾ ਹੈ ਜੀ, 1226 ਈਸਵੀ ਤੱਕ, ਜਦੋਂ ਤੱਕ ਮੁਗਲ ਵੰਸ਼ ਇੰਡੀਆ ਦੇ ਵਿੱਚ ਸਥਾਪਿਤ ਨਹੀਂ ਹੁੰਦਾ। ਸੈਕਿੰਡ ਆਪਣਾ ਕੁਐਸਚਨ ਹੈਗਾ ਕਿ ਭਾਰਤ ਵਿੱਚ ਤੁਰਕ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ। ਇਹ ਜਿਹੜੇ ਦਿੱਲੀ ਸਲਤਨਤ ਕਾਲ ਵਾਲੇ ਸੀਗੇ ਜੀ, ਇਹਨਾਂ ਨੂੰ ਤੁਰਕ ਕਿਹਾ ਜਾਂਦਾ ਹੈ। ਇਹਦੇ ਵਿੱਚ ਕੁਤੁਬਦੀਨ ਐਬਕ ਆ ਜੀ ਸਭ ਤੋਂ ਪਹਿਲਾਂ ਜਿਹਨੇ ਤੁਰਕ ਵੰਸ਼ ਦੀ ਸਥਾਪਨਾ ਕਰੀ ਹੈ। ਇਹ ਮੁਹੰਮਦ ਗੌਰੀ ਦਾ ਗੁਲਾਮ ਸੀਗਾ ਜੀ। ਮੁਹੰਮਦ ਗੌਰੀ ਆਪਣੇ ਗੁਲਾਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਜਿਸ ਕਰਕੇ ਉਹਨੇ ਕੁਤੁਬਦੀਨ ਐਬਕ ਨੂੰ ਇੰਡੀਆ ਦੇ ਵਿੱਚ ਆਪਣਾ ਇੱਕ ਗਵਰਨਰ ਕਹਿ ਲਓ ਜਾਂ ਕਹਿ ਲਓ ਕਿ ਆਪਣਾ ਇੱਕ ਉੱਤਰਾਧਿਕਾਰੀ ਦੇ ਤੌਰ 'ਤੇ ਛੱਡ ਕੇ ਗਿਆ ਸੀ। ਅਤੇ ਕੁਤੁਬਦੀਨ ਐਬਕ ਨੇ ਬਾਅਦ ਵਿੱਚ ਤੁਰਕ ਵੰਸ਼ ਦੀ ਸਥਾਪਨਾ ਕਰ ਲਈ ਸੀਗੀ ਇੰਡੀਆ ਦੇ ਵਿੱਚ। ਤੀਜਾ ਕੁਐਸਚਨ ਹੈਗਾ ਕਿ ਦਾਸ ਵੰਸ਼ ਦਾ ਸੰਸਥਾਪਕ ਕੌਣ ਸੀ। ਤਾਂ ਕੁਤੁਬਦੀਨ ਐਬਕ ਸੀਗਾ ਜੀ ਦਿੱਲੀ ਦਾ ਪਹਿਲਾ ਸ਼ਾਸਕ। ਇਹਨਾਂ ਨੂੰ ਦਾਸ ਵੰਸ਼ ਵੀ ਕਿਹਾ ਜਾਂਦਾ ਆ, ਕਨਫਿਊਜ਼ ਆਪਾਂ ਨਹੀਂ ਹੋਣਾ। ਦਿੱਲੀ ਸਲਤਨਤ ਅਤੇ ਦਾਸ ਵੰਸ਼ ਇੱਕ ਹੀ ਚੀਜ਼ ਹੈ ਜੀ। ਚੌਥਾ ਕੁਐਸਚਨ ਹੈਗਾ ਕਿ ਕੁਤੁਬਦੀਨ ਐਬਕ ਦੀ ਰਾਜਧਾਨੀ ਕਿਹੜੀ ਸੀ। ਤਾਂ ਲਾਹੌਰ ਰਾਜਧਾਨੀ ਸੀਗੀ ਜੀ ਕੁਤੁਬਦੀਨ ਐਬਕ ਦੀ। ਪੰਜਵਾਂ ਕੁਐਸਚਨ ਹੈਗਾ ਕਿ ਕੁਤੁਬਦੀਨ ਦੀ ਭੈਣ ਨਾਲ ਸ਼ਾਦੀ ਕਿਸ ਨੇ ਕੀਤੀ ਸੀ। ਤਾਂ ਨਾਸਰੀਦੀਨ ਕਵਾਚਾ ਨੇ ਕੀਤੀ ਸੀਗੀ ਜੀ, ਜਿਹੜਾ ਮੁਲਤਾਨ ਅਤੇ ਸਿੰਧ ਦਾ ਸ਼ਾਸਕ ਸੀਗਾ। ਛੇਵਾਂ ਕੁਐਸਚਨ ਹੈਗਾ ਕਿ ਕੁਤੁਬ ਮੀਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕਰਵਾਈ। ਤਾਂ ਕੁਤੁਬਦੀਨ ਐਬਕ ਨੇ ਸ਼ੁਰੂ ਕਰਵਾਈ ਹੈ ਜੀ। ਇਲਤੁਤਮਸ਼ ਨੇ ਪੂਰਾ ਕਰਵਾਇਆ ਸੀਗਾ ਕੁਤੁਬ ਮੀਨਾਰ ਨੂੰ। ਸੱਤਵਾਂ ਕੁਐਸਚਨ ਆਪਾਂ ਕਨਫਿਊਜ਼ ਨਹੀਂ ਹੋਣਾ ਜੀ, ਸ਼ੁਰੂ ਕੁਤੁਬਦੀਨ ਐਬਕ ਨੇ ਕਰਵਾਇਆ ਜੀ, ਪੂਰਾ ਨਹੀਂ ਕਰਵਾ ਸਕਿਆ ਸੀ, ਉਹਦੀ ਪਹਿਲਾਂ ਡੈਥ ਹੋ ਗਈ ਸੀ ਉਹ ਤੋਂ, ਅਤੇ ਇਲਤੁਤਮਸ਼ ਨੇ ਪੂਰਾ ਕਰਵਾਇਆ ਸੀ ਉਹਨੂੰ। ਸੱਤਵਾਂ ਕੁਐਸਚਨ ਹੈਗਾ ਕਿ ਕੁਤੁਬਦੀਨ ਐਬਕ ਦੀ ਮੌਤ ਕਦੋਂ ਅਤੇ ਕਿਵੇਂ ਹੋਈ। 1210 ਈਸਵੀ ਵਿੱਚ ਪੋਲੋ ਖੇਡਦੇ ਹੋਏ ਘੋੜੇ ਤੋਂ ਡਿੱਗਣ ਨਾਲ ਜਿਹੜਾ ਕੁਤੁਬਦੀਨ ਐਬਕ ਦੀ ਮੌਤ ਹੋ ਜਾਂਦੀ ਹੈ ਜੀ। ਅੱਠਵਾਂ ਕੁਐਸਚਨ ਹੈਗਾ ਕਿ ਕੁਤੁਬਦੀਨ ਐਬਕ ਦਾ ਉੱਤਰਾਧਿਕਾਰੀ ਕੌਣ ਸੀਗਾ ਜੀ। ਉਸ ਦਾ ਪੁੱਤਰ ਆਰਾਮ ਸ਼ਾਹ, ਜਿਹੜਾ ਇੱਕ ਯੋਗ ਉੱਤਰਾਧਿਕਾਰੀ ਨਹੀਂ ਸੀਗਾ ਜੀ। ਕੁਤੁਬਦੀਨ ਐਬਕ ਦੀ ਡੈਥ ਤੋਂ ਬਾਅਦ ਉਹਦਾ ਪੁੱਤਰ ਆਰਾਮ ਸ਼ਾਹ ਗੱਦੀ ਦੇ ਉੱਤੇ ਬੈਠਦਾ ਵਾ, ਪਰ ਉਹ ਯੋਗ ਅਧਿਕਾਰੀ ਨਹੀਂ ਸੀਗਾ ਜੀ। ਨੌਵਾਂ ਕੁਐਸਚਨ ਹੈਗਾ ਕਿ ਆਰਾਮ ਸ਼ਾਹ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ। ਤਾਂ ਕੁਤੁਬਦੀਨ ਐਬਕ ਦਾ ਗੁਲਾਮ ਸੀਗਾ ਜੀ ਇਲਤੁਤਮਸ਼। ਇਹ 1211 ਈਸਵੀ ਦੇ ਵਿੱਚ ਦਿੱਲੀ ਦਾ ਸੁਲਤਾਨ ਬਣਦਾ ਹੈ। ਬਹੁਤ ਯੋਗ ਇੱਕ ਉਹਦਾ ਕੁਤੁਬਦੀਨ ਐਬਕ ਦਾ ਜਰਨਲ ਸੀਗਾ ਜੀ। ਇਹਨੇ ਵਧੀਆ ਢੰਗ ਦੇ ਨਾਲ ਆਪਣਾ ਰਾਜ ਚਲਾਇਆ ਸੀਗਾ। 10ਵਾਂ ਕੁਐਸਚਨ ਹੈਗਾ ਕਿ 1221 ਈਸਵੀ ਵਿੱਚ ਮੰਗੋਲਾਂ ਦੇ ਹਮਲੇ ਤੋਂ ਭਾਰਤ ਨੂੰ ਕਿਸ ਨੇ ਬਚਾਇਆ ਸੀ। ਤਾਂ ਇਲਤੁਤਮਸ਼ ਨੇ ਮੰਗੋਲਾਂ ਦੇ ਹਮਲੇ ਤੋਂ ਬਚਾਇਆ ਸੀਗਾ ਭਾਰਤ ਨੂੰ। ਮੰਗੋਲਾਂ ਦੇ ਹਮਲੇ ਤੋਂ ਬਚਾਉਣ ਦਾ ਕਾਰਨ ਇਹ ਹੈ ਕਿ ਇਹ ਜਿਹੜੇ ਮੰਗੋਲ ਸੀਗੇ ਬਹੁਤ ਜ਼ਿਆਦਾ ਖੂੰਖਾਰ ਸੀਗੇ ਜੀ, ਇਹਨਾਂ ਦੇ ਨਾਲ ਲੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਸੀਗਾ। ਇਸ ਕਰਕੇ ਇਲਤੁਤਮਸ਼ ਦੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹਨੇ ਬਚਾਇਆ ਸੀ ਪਹਿਲਾਂ 1221 ਦੇ ਵਿੱਚ। ਤਾਂ ਇਲਤੁਤਮਸ਼ ਨੇ, ਅਤੇ ਬਾਅਦ 'ਚ ਅਲਾਉਦੀਨ ਖਿਲਜੀ ਨੇ ਵੀ ਇਹਨਾਂ ਦੇ ਵਿਰੁੱਧ, ਮੰਗੋਲਾਂ ਦੇ ਵਿਰੁੱਧ ਆਪਣੀ ਜਿਹੜੀ ਮੁਹਿੰਮ ਜਾਰੀ ਰੱਖੀ ਸੀਗੀ। 11ਵਾਂ ਆਪਣਾ ਕੁਐਸਚਨ ਡਿਸਕਸ ਕਰਦੇ ਹਾਂ ਜੀ। ਰਾਜ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕਿਸ ਨੇ ਕੀਤੀ, ਜਿਸ ਨੂੰ ਚਾਲੀਸਾ ਕਿਹਾ ਜਾਂਦਾ ਸੀ। ਬਹੁਤ ਇੰਪੋਰਟੈਂਟ ਕੁਐਸਚਨ ਆ ਜੀ, ਨੋਟ ਕਰ ਲਓ। ਇਲਤੁਤਮਸ਼ ਨੇ ਅਲਤਮਸ਼ ਵੀ ਕਿਹਾ ਜਾਂਦਾ ਜੀ ਇਹਨੂੰ, ਆੜੇ ਨਾਲ ਵੀ ਕਈ ਵਾਰੀ ਲਿਖਿਆ ਜਾਂਦਾ ਵਾ ਅਲਤਮਸ਼। ਤਾਂ ਇਲਤੁਤਮਸ਼ ਇੱਕ ਹੀ ਗੱਲ ਹੈ। ਇਹ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ, ਚਾਲੀਸਾ ਕਿਹਾ ਜਾਂਦਾ ਸੀਗਾ ਜੀ ਇਹਨੂੰ। ਉਸ ਤੋਂ ਬਾਅਦ 12ਵਾਂ ਕੁਐਸਚਨ ਹੈਗਾ ਕਿ ਅਮੀਰਾਂ ਉੱਤੇ ਕਾਬੂ ਪਾਉਣ ਦਾ ਯਤਨ ਕਰਨ ਵਾਲਾ ਦਿੱਲੀ ਦਾ ਸੁਲਤਾਨ ਕੌਣ ਸੀ। ਤਾਂ ਇਹਨੇ ਇਲਤੁਤਮਸ਼ ਸੀਗਾ ਜੀ। ਇਹ ਅਮੀਰਾਂ ਉੱਤੇ ਕਾਬੂ ਪਾਉਣਾ ਚਾਹੁੰਦਾ ਸੀਗਾ, ਕਿਉਂਕਿ ਕੁਤੁਬਦੀਨ ਐਬਕ ਦੇ ਸਮੇਂ ਜਿਹੜੇ ਅਮੀਰ ਸੀਗੇ ਸੱਤਾ ਦੇ ਵਿੱਚ ਬਹੁਤ ਜ਼ਿਆਦਾ ਦਖਲ ਦਿੰਦੇ ਸੀਗੇ, ਅਤੇ ਇਲਤੁਤਮਸ਼ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। 13ਵਾਂ ਕੁਐਸਚਨ ਹੈਗਾ ਕਿ ਇਲਤੁਤਮਸ਼ ਦਾ ਸ਼ਾਸਨ ਕਾਲ ਦੱਸੋ। ਤਾਂ 1211 ਈਸਵੀ ਤੋਂ 1236 ਈਸਵੀ ਤੱਕ, ਇੰਪੋਰਟੈਂਟ ਆ ਜੀ, ਯਾਦ ਰੱਖਣਾ ਹੈ ਆਪਾਂ ਕਿ 1236 ਈਸਵੀ ਤੱਕ ਇਹਨੇ ਰਾਜ ਕੀਤਾ ਆ। ਕਾਫੀ ਲੰਬਾ ਰਾਜ ਸੀਗਾ ਜੀ ਇਲਤੁਤਮਸ਼ ਦਾ। 14ਵਾਂ ਕੁਐਸਚਨ ਹੈਗਾ ਕਿ ਇਲਤੁਤਮਸ਼ ਦਾ ਉੱਤਰਾਧਿਕਾਰੀ ਕੌਣ ਸੀ। ਤਾਂ ਉਸ ਦੀ ਪੁੱਤਰੀ ਰਜੀਆ ਸੁਲਤਾਨ ਜੀ ਨੇ 1236 ਈਸਵੀ ਤੋਂ 1240 ਈਸਵੀ ਤੱਕ ਰਾਜ ਕੀਤਾ ਸੀ। ਪਹਿਲੀ ਸੁਲਤਾਨ ਕਹਿ ਸਕਦੇ ਹਾਂ ਜੀ ਇਹਨੂੰ, ਪਹਿਲੀ ਕਹਿ ਕੀ ਸਕਦੇ ਹਾਂ ਕਿ ਮਤਲਬ ਪਹਿਲੀ ਸੁਲਤਾਨ ਸੀਗੀ ਇਹ ਰਜੀਆ ਸੁਲਤਾਨ। ਅਤੇ ਇਹਨੂੰ ਅਮੀਰ ਪਸੰਦ ਨਹੀਂ ਕਰਦੇ ਸੀਗੇ, ਕਿਉਂਕਿ ਇੱਕ ਇਸਤਰੀ ਦਾ ਸੁਲਤਾਨ ਹੋਣਾ ਉਹਨਾਂ ਨੂੰ ਹਮੇਸ਼ਾ ਖਟਕਦਾ ਰਹਿੰਦਾ ਸੀ। ਅਤੇ 1240 ਈਸਵੀ ਦੇ ਵਿੱਚ ਰਜੀਆ ਸੁਲਤਾਨ ਨੂੰ ਸਾਜ਼ਿਸ਼ਾਂ ਕਰਕੇ ਮਰਵਾ ਦਿੱਤਾ ਗਿਆ ਸੀ। 15ਵਾਂ ਕੁਐਸਚਨ ਹੈਗਾ ਕਿ ਗਿਆਸੁਦੀਨ ਬਲਬਨ ਦਾ ਸ਼ਾਸਨ ਕਾਲ ਦੱਸੋ। ਇਹ ਵੀ ਬਹੁਤ ਇੱਕ ਯੋਗ ਉੱਤਰਾਧਿਕਾਰੀ ਹੋਇਆ ਜੀ ਇਹਨਾਂ ਦਾ, ਇਹਨੇ ਕਬਜ਼ਾ ਕਰ ਲਿਆ ਸੀਗਾ। ਆਪਾਂ ਦੇਖਦੇ ਹਾਂ ਅੱਗੇ। ਗਿਆਸੁਦੀਨ ਬਲਬਨ ਦਾ ਜਿਹੜਾ ਸ਼ਾਸਨ ਕਾਲ ਹੈ ਜੀ, ਇਹ 1266 ਤੋਂ 1286 ਈਸਵੀ ਤੱਕ ਦਾ ਜਿਹੜਾ ਇਹਦਾ ਸ਼ਾਸਨ ਕਾਲ ਬਣਦਾ ਹੈ। 1266 ਤੋਂ 1286 ਈਸਵੀ। ਰਜੀਆ ਸੁਲਤਾਨ ਤੋਂ ਬਾਅਦ ਜੀ ਕਾਫੀ ਜਿਹੜੇ ਉੱਤਰਾਧਿਕਾਰੀ ਉਹਦੇ ਬਣੇ ਸੀਗੇ, ਉਹ ਬਿਲਕੁਲ ਵੀ ਯੋਗ ਨਹੀਂ ਸੀਗੇ, ਇਸ ਲਈ ਇੰਪੋਰਟੈਂਟ ਨਹੀਂ ਹੈਗੇ ਉਹ। ਗਿਆਸੁਦੀਨ ਬਲਬਨ ਇੰਪੋਰਟੈਂਟ ਆ।
16ਵਾਂ ਕੁਐਸਚਨ ਹੈਗਾ ਕਿ ਦਿੱਲੀ ਦੇ ਨੇੜੇ ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ ਉੱਤੇ ਕਿਸ ਨੇ ਕਾਬੂ ਕੀਤਾ? ਤਾਂ ਬਲਬਨ ਨੇ ਕੀਤਾ ਸੀਗਾ ਜੀ। ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਲੁਟੇਰਿਆਂ ਦੇ ਉੱਤੇ ਬਲਬਨ ਨੇ। 17ਵਾਂ ਕੁਐਸਚਨ ਹੈਗਾ ਕਿ ਮੰਗੋਲਾਂ ਵਿਰੁੱਧ ਲਹੂ ਅਤੇ ਲੋਹੇ ਦੀ ਕਠੋਰ ਨੀਤੀ ਕਿਸ ਨੇ ਅਪਣਾਈ? ਇੰਪੋਰਟੈਂਟ ਕੁਐਸਚਨ ਆ ਜੀ। ਲਹੂ ਅਤੇ ਲੋਹੇ ਦੀ ਨੀਤੀ ਇਹ ਅਪਣਾਈ ਆ ਜੀ ਬਲਬਨ ਨੇ। ਕਾਫੀ ਵਾਰੀ ਪੁੱਛਿਆ ਗਿਆ, ਅੱਗੇ ਵੀ ਪੁੱਛਿਆ ਜਾ ਸਕਦਾ ਆ। ਲਹੂ ਅਤੇ ਲੋਹੇ ਦੀ ਨੀਤੀ ਬਲਬਨ। 18ਵਾਂ ਕੁਐਸਚਨ ਹੈਗਾ ਕਿ ਸ਼ਾਸਨ ਪ੍ਰਬੰਧਾਂ ਵਿੱਚ ਸੁਧਾਰ ਕਰਨ ਵਾਲਾ ਅਤੇ ਆਪਣੀ ਪ੍ਰਜਾ ਨੂੰ ਨਿਆਂ ਦੇਣ ਵਾਲਾ ਦਿੱਲੀ ਦਾ ਸੁਲਤਾਨ ਗਿਆਸੁਦੀਨ ਬਲਬਨ ਸੀਗਾ ਜੀ। ਇਹ ਆਪਣੀ ਪ੍ਰਜਾ ਦੇ ਵਿੱਚ ਪ੍ਰਸਿੱਧ ਸੀਗਾ ਕਿਉਂਕਿ ਇਹ ਨਿਆਂ ਦੇਣ ਵਾਲਾ ਰਾਜਾ ਸੀਗਾ। ਇਹ ਆਪਣੀ ਪ੍ਰਜਾ ਦੇ ਵਿੱਚ ਮੁਸਲਮਾਨਾਂ ਦੇ ਪ੍ਰਤੀ ਹੀ ਜੀ ਨਿਆਂ ਦਾ ਇੱਕ ਰੱਖਦਾ ਸੀਗਾ, ਬਾਕੀਆਂ ਦੇ ਪ੍ਰਤੀ ਇਹ ਪੂਰਾ ਕਠੋਰ ਸੀਗਾ। 19ਵਾਂ ਕੁਐਸਚਨ ਹੈਗਾ ਕਿ ਕਿਸ ਸੁਲਤਾਨ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਦਾ ਅੰਤ ਹੋ ਗਿਆ? ਤਾਂ ਗਿਆਸੁਦੀਨ ਬਲਬਨ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਸੀਗਾ ਜੀ। ਉਸ ਤੋਂ ਬਾਅਦ ਖਿਲਜੀ ਵੰਸ਼ ਆਇਆ ਵਾ। 20ਵਾਂ ਆਪਣਾ ਕੁਐਸਚਨ ਇਹੀ ਬਣ ਜਾਏ ਕਿ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ? ਤਾਂ ਜਲਾਲੂਦੀਨ ਖਿਲਜੀ ਸੀਗਾ ਜੀ। 1290 ਈਸਵੀ ਦੇ ਵਿੱਚ ਖਿਲਜੀ ਵੰਸ਼ ਦੀ ਸਥਾਪਨਾ ਕਰਦਾ ਆ ਜਲਾਲੂਦੀਨ ਖਿਲਜੀ। 21ਵਾਂ ਕੁਐਸਚਨ ਹੈਗਾ ਕਿ ਜਲਾਲੂਦੀਨ ਖਿਲਜੀ ਦਾ ਸ਼ਾਸਨਕਾਲ ਦੱਸੋ? ਤਾਂ 1290 ਤੋਂ 1296 ਈਸਵੀ ਤੱਕ ਜਿਹੜਾ ਜਲਾਲੂਦੀਨ ਖਿਲਜੀ ਰਾਜ ਕਰਦਾ ਆ। ਤੇ ਜਲਾਲੂਦੀਨ ਖਿਲਜੀ ਨੂੰ ਮਾਰ ਕੇ ਉਹਦਾ ਉੱਤਰਾਧਿਕਾਰੀ ਕੌਣ ਬਣਦਾ ਜੀ? ਅਲਾਉਦੀਨ ਖਿਲਜੀ ਬਣਦਾ ਆ। ਜਲਾਲੂਦੀਨ ਖਿਲਜੀ ਦਾ ਉੱਤਰਾਧਿਕਾਰੀ ਅਲਾਉਦੀਨ ਖਿਲਜੀ ਇੱਕ ਆਪਣੇ ਇਹਨੂੰ ਜਲਾਲੂਦੀਨ ਖਿਲਜੀ ਨੂੰ ਮਾਰ ਕੇ ਉੱਤਰਾਧਿਕਾਰੀ ਬਣਦਾ ਵਾ। 23ਵਾਂ ਕੁਐਸਚਨ ਹੈਗਾ ਕਿ ਅਲਾਉਦੀਨ ਖਿਲਜੀ ਦਾ ਜਿਹੜਾ ਬਹੁਤ ਇੰਪੋਰਟੈਂਟ ਆ ਜੀ ਇਹ ਸ਼ਾਸਨਕਾਲ 1296 ਤੋਂ 1316 ਈਸਵੀ ਤੱਕ ਲਗਭਗ 20 ਸਾਲ ਤੱਕ ਦਾ ਰਾਜ ਕੀਤਾ ਅਲਾਉਦੀਨ ਖਿਲਜੀ ਨੇ। 1296 ਤੋਂ 1316 ਈਸਵੀ। 24ਵਾਂ ਕੁਐਸਚਨ ਹੈਗਾ ਕਿ ਅਲਾਉਦੀਨ ਖਿਲਜੀ ਨੇ ਗੁਜਰਾਤ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ? ਤਾਂ 1299 ਈਸਵੀ ਵਿੱਚ ਜਿੱਤ ਪ੍ਰਾਪਤ ਕੀਤੀ ਆ ਜੀ। ਇੰਪੋਰਟੈਂਟ ਆ, ਆਪਾਂ ਯਾਦ ਰੱਖਣੀ ਆ। 1299 3 ਸਾਲ ਬਾਅਦ। ਉਸ ਤੋਂ ਬਾਅਦ ਹੈਗਾ ਕਿ ਰਣਥੰਭੋਰ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ ਆ? ਤਾਂ ਇਹਨੇ ਕੀਤੀ ਆ ਜੀ 1301 ਈਸਵੀ ਦੇ ਵਿੱਚ ਅਧਿਕਾਰ ਕੀਤਾ ਆ ਰਣਥੰਭੋਰ 'ਤੇ। ਉਸ ਤੋਂ ਬਾਅਦ 26ਵਾਂ ਕੁਐਸਚਨ ਹੈਗਾ ਕਿ ਅਲਾਉਦੀਨ ਖਿਲਜੀ ਨੇ ਚਿਤੌੜ 'ਤੇ ਕਦੋਂ ਅਧਿਕਾਰ ਕੀਤਾ? ਇਹ ਇੰਪੋਰਟੈਂਟ ਆ ਜੀ, ਆਪਾਂ ਯਾਦ ਰੱਖਣਾ ਹੈ। 1303 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਨੇ ਚਿਤੌੜ 'ਤੇ ਆਪਣਾ ਅਧਿਕਾਰ ਪ੍ਰਾਪਤ ਕੀਤਾ ਵਾ। 27ਵਾਂ ਕੁਐਸਚਨ ਹੈਗਾ ਕਿ ਮਲਿਕ ਗਫੂਰ ਕਿਸ ਦਾ ਜਰਨਲ ਸੀਗਾ? ਤਾਂ ਅਲਾਉਦੀਨ ਖਿਲਜੀ ਦਾ ਜਰਨਲ ਸੀਗਾ ਜੀ ਇਹ। 28ਵਾਂ ਕੁਐਸਚਨ ਹੈਗਾ ਕਿ ਦਿੱਲੀ ਦੇ ਕਿਸ ਸੁਲਤਾਨ ਨੇ ਕੀਮਤਾਂ ਵਧਣ ਤੋਂ ਰੋਕਣ ਲਈ ਮੰਡੀ ਅਫਸਰਾਂ ਦੀ ਨਿਯੁਕਤੀ ਕੀਤੀ? ਤਾਂ ਅਲਾਉਦੀਨ ਖਿਲਜੀ ਨੇ ਕੀਤੀ ਸੀਗੀ ਜੀ। ਅਤੇ ਜਿਹੜਾ ਵੀ ਮੰਡੀ ਅਫਸਰਾਂ ਦੇ ਨਿਯੁਕਤੀ ਕਰਨ ਦਾ ਇਹ ਕਾਰਨ ਸੀਗਾ ਕਿ ਜਿਹੜਾ ਵੀ ਦੁਕਾਨਦਾਰ ਹੁੰਦਾ ਸੀ ਘੱਟ ਵੱਧ ਤੋਲਦਾ ਸੀ ਉਹਨੂੰ ਕੋੜਿਆਂ ਦੇ ਨਾਲ ਸਜ਼ਾ ਦਿੱਤੀ ਜਾਂਦੀ ਸੀ। ਪੂਰੀ ਤੋਲ ਦੁਕਾਨ ਦੇ ਵਿੱਚ ਇਹ ਕਹਿੰਦਾ ਸੀਗਾ ਕਿ ਸਾਰਿਆਂ ਨੂੰ ਬਰਾਬਰ ਦਾ ਤੋਲਣਾ ਚਾਹੀਦਾ ਵਾ। ਇਸ ਕਰਕੇ ਇਹਨੇ ਮੰਡੀ ਅਫਸਰਾਂ ਦੀ ਨਿਯੁਕਤੀ ਕੀਤੀ ਸੀ ਅਤੇ ਜਿਹੜਾ ਸਹੀ ਕਰਦਾ ਹੋਇਆ ਨਹੀਂ ਪਾਉਂਦਾ ਸੀ ਉਹਨੂੰ ਪੂਰੀ ਬਣਦੀ ਉਹਦੀ ਸਜ਼ਾ ਦਿੰਦਾ ਸੀ ਅਲਾਉਦੀਨ ਖਿਲਜੀ। 29ਵਾਂ ਕੁਐਸਚਨ ਹੈਗਾ ਕਿ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜੇ ਦਾਗਣ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਤਾਂ ਇਹ ਵੀ ਅਲਾਉਦੀਨ ਖਿਲਜੀ ਨੇ ਕਰੀ ਹੈ ਜੀ। ਘੋੜੇ ਦਾਗਣ ਦੀ ਪ੍ਰਥਾ ਸ਼ੁਰੂ ਕਰੀ ਆ ਸੈਨਿਕਾਂ ਦੇ ਹੁਲੀਏ ਲਿਖਣ ਦੀ। 30ਵਾਂ ਕੁਐਸਚਨ ਹੈਗਾ ਕਿ ਸੈਨਿਕਾਂ ਨੂੰ ਨਗਦ ਤਨਖਾਹ ਦੇਣ ਦੀ ਸ਼ੁਰੂਆਤ ਕਿਸ ਨੇ ਕੀਤੀ? ਅਲਾਉਦੀਨ ਖਿਲਜੀ ਨੇ ਕਰੀ ਹੈ ਜੀ। ਇਹ ਵੀ ਕੁਐਸਚਨ ਇੰਪੋਰਟੈਂਟ ਆ, ਪੁੱਛ ਲਿਆ ਜਾ ਸਕਦਾ ਆ। 31ਵਾਂ ਕੁਐਸਚਨ ਹੈਗਾ ਕਿ ਅਲਾਉਦੀਨ ਖਿਲਜੀ ਦੀ ਮੌਤ ਕਦੋਂ ਹੋਈ ਅਤੇ ਉਸ ਦੇ ਉੱਤਰਾਧਿਕਾਰੀ ਕੌਣ ਸਨ? ਤਾਂ 1316 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੁੰਦੀ ਆ। ਸਿਹਾਬੂਦੀਨ ਸ਼ਾਹ, ਨਸੀਰੂਦੀਨ ਖੁਸਰੋ ਸ਼ਾਹ ਇਹਦੇ ਉੱਤਰਾਧਿਕਾਰੀ ਸੀਗੇ ਜੀ। ਦੋ ਯੋਗ ਨਹੀਂ ਸੀਗੇ ਜੀ। ਨਸੀਰੂਦੀਨ ਖੁਸਰੋ ਸ਼ਾਹ ਦਾ ਕਤਲ ਕਰਕੇ ਆਪਣੇ ਆਪ ਨੂੰ ਸੁਲਤਾਨ ਕਿਸ ਨੇ ਘੋਸ਼ਿਤ ਕੀਤਾ? 1320 ਈਸਵੀ ਦੇ ਵਿੱਚ ਗਿਆਸੁਦੀਨ ਤੁਗਲਕ ਨੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕੀਤਾ ਸੀਗਾ ਜੀ। ਇਸ ਤੋਂ ਅੱਗੇ ਆਪਾਂ ਤੁਗਲਕ ਵੰਸ਼ ਦੇ ਜਿਹੜੇ ਸੰਬੰਧਿਤ ਕੁਐਸਚਨ ਬਣਦੇ ਨੇ ਉਹ ਡਿਸਕਸ ਕਰਾਂਗੇ। ਤੁਸੀਂ ਚੈਨਲ ਦੇ ਨਾਲ ਬਣੇ ਰਹਿਣਾ। ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ। ਤੁਹਾਡਾ ਇੱਕ ਲਾਈਕ ਇੱਕ ਸਬਸਕ੍ਰਾਈਬ ਬਹੁਤ ਜ਼ਿਆਦਾ ਹੌਸਲਾ ਦਿੰਦਾ ਜੀ। ਵੀਡੀਓ ਨੂੰ ਸ਼ੇਅਰ ਕਰਨਾ ਜੀ। ਥੈਂਕ ਯੂ ਸੋ ਮਚ।